ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਅਗਲੇ ਇਸ਼ੂ ਬਾਰੇ ਆਪਾਂ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ, ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਇੱਕ ਪੰਜਾਬੀ ਦਾ ਅਖਾਣ ਹੈ ਵੀ ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਾਹ ਇਕੱਲੀ ਜੀ। ਸੋ ਮੈਨੂੰ ਸੀ ਵੀ ਇਸ ਸਾਰੀ ਡਿਬੇਟ 'ਚ ਅਮਰਿੰਦਰ ਸਿੰਘ ਨੇ ਤਾਂ ਆਪਣੀਆਂ ਜੜ੍ਹਾਂ ਪਟਵਾ ਲਈਆਂ ਤੇ ਮੂੰਹ ਵੀ ਕਾਲਾ ਕਰਾ ਲਿਆ ਵੀ ਉਹ ਤਾਂ ਕਾਲਖ ਦੇ ਡਰਮ 'ਚ ਡਿੱਗ ਪਿਆ। ਤੇ ਮੈਨੂੰ ਲੱਗਿਆ ਕਿ ਵੀ ਜਿਸ ਤਰੀਕੇ ਨਾਲ ਸੁਖਬੀਰ ਬਾਦਲ ਨੇ ਤਾਂ ਉਹ ਤਾਂ ਗੂੰਗਾ ਭਗਤ ਬਣ ਜਾਂਦਾ ਨਾ, ਤਾਂ ਬੋਲਦਾ ਨਹੀਂ ਇੱਦਾਂ ਦੇ ਵੇਲੇ। ਸੁਖਬੀਰ ਬਾਦਲ ਨੇ ਆਪਣਾ ਸਾਰਾ ਅਪਮਾਨ, ਕਿਉਂਕਿ ਅਕਾਲੀ ਲੀਡਰਾਂ ਦੀ ਇੱਥੇ ਕਿਹੜੀ ਘੱਟ ਹੋਈ ਹੈ, ਉਹ ਮਲੂਕਾ ਹੋਏ ਦੂਜਾ ਹੋਏ, ਪਰ ਉਹਨੇ ਫਿਰ ਵੀ ਘੱਟੋ ਘੱਟ ਇਮੀਡੀਏਟਲੀ ਉਹਨੇ ਇਹੀ ਕਿਹਾ ਕਿ ਜੀ ਦੇਖੋ, ਨਰਿੰਦਰ ਮੋਦੀ ਜਿਹੜਾ ਇੱਥੇ 2002 ਤੋਂ ਬਾਅਦ ਉਹਨੂੰ 12 ਸਾਲ ਵੀਜ਼ਾ ਨਹੀਂ ਸੀ ਦਿੱਤਾ ਅਮਰੀਕਾ ਦਾ, ਪਰ ਉਹਨੇ ਬਾਅਦ 'ਚ ਦੋਸਤੀ ਕੀਤੀ। ਸੋ ਉਹਨੇ ਇਸ ਸਾਰੇ ਨੂੰ ਜਿਹੜਾ ਉਹ ਠੀਕ ਹੈਂਡਲ ਕੀਤਾ। ਪਰ ਮੈਨੂੰ ਇਹ ਲੱਗਦਾ ਕਿ ਵੀ ਜਿਹੜੀ ਏਜੰਸੀਆਂ ਦੀ ਖੇਡ ਹੁੰਦੀ ਹੈ, ਉਹਨਾਂ ਨੂੰ ਲੱਗਦਾ ਵੀ ਜਿਹੜੀ ਗੇਮ ਅਮਰਿੰਦਰ ਰਾਹੀਂ ਸ਼ੁਰੂ ਕਰਵਾਈ ਸੀ ਔਰ ਬਾਕੀਆਂ ਨੇ ਸਾਰਾ ਜਿਹੜਾ ਉਸ ਦੇ ਪਿੱਛੇ ਫੋਲੋ ਕਰਨਾ ਸੀ, ਉਹ ਤਾਂ ਕਲਾਕਾਰਾ ਰਹਿ ਗਿਆ, ਕਿਉਂਕਿ ਸਿੱਖਾਂ 'ਚ ਉਹਨੂੰ ਬੁਰਾ ਮੰਨਿਆ ਗਿਆ। ਸੁਖਬੀਰ ਬਾਦਲ, ਆਮ ਆਦਮੀ ਪਾਰਟੀ ਨੇ ਵੀ ਖੁੱਲ੍ਹ ਕੇ ਇਸ ਦੇ ਉੱਤੇ ਗੱਲ ਕੀਤੀ ਔਰ ਇਸ ਨੂੰ ਜਿਹੜਾ ਈਵਨ ਜਰਨੈਲ ਸਿੰਘ ਜਿਹੜੇ ਰਾਜੌਰੀ ਤੋਂ MLA ਸੀ ਆਮ ਆਦਮੀ ਪਾਰਟੀ ਦੇ, ਬਾਅਦ 'ਚ ਲੰਬੀ ਹਾਰਨ ਤੋਂ ਬਾਅਦ ਉਹ ਜਿਹੜੇ ਨੇ ਹੁਣ ਆਮ ਆਦਮੀ ਪਾਰਟੀ 'ਚ ਨੇ, ਬਟ ਭਾਵੇਂ ਰੁਤਬਾ ਨਹੀਂ ਹੈ। ਪਰ ਸਭ ਤੋਂ ਪਹਿਲਾਂ ਜਿਉਂ ਹੀ ਦਿੱਲੀ 'ਚ 60 ਚੋਂ 57 ਮੈਂਬਰ ਆਮ ਆਦਮੀ ਪਾਰਟੀ ਦੇ ਬਣੇ ਸੀ, 3 BJP ਦੇ, ਔਰ ਪਹਿਲੇ ਸੈਸ਼ਨ ਦੇ ਵਿੱਚ ਜਰਨੈਲ ਸਿੰਘ ਨੇ ਰੈਜ਼ੋਲੂਸ਼ਨ ਲਿਆਂਦਾ ਸੀ ਨਵੰਬਰ 84 ਨੂੰ ਸਿੱਖ ਨਸਲਕੁਸ਼ੀ ਐਲਾਨਣ ਦਾ, ਔਰ ਸਰਬਸੰਮਤੀ ਨਾਲ ਪਾਸ ਹੋਇਆ ਸੀ। ਔਰ ਈਵਨ ਜਿਹੜੇ BJP ਦੇ 3 MLA ਨੇ ਉਹਨਾਂ ਨੇ ਵੀ ਵਿਰੋਧ ਨਹੀਂ ਸੀ ਕੀਤਾ ਜੀ। ਸੋ ਇਹ ਪਹਿਲੀ ਵਾਰ ਨਹੀਂ ਹੈ ਵੀ ਓਨਟਾਰੀਓ ਨੇ ਇਸ ਕਿਸਮ ਦਾ ਕੀਤਾ। ਸਭ ਤੋਂ ਪਹਿਲਾਂ ਇਹ ਦਿੱਲੀ ਅਸੈਂਬਲੀ ਸੀ ਜਿਹਨੇ ਇਹ ਰੈਜ਼ੋਲੂਸ਼ਨ ਕੀਤਾ ਸੀ, ਔਰ ਜਰਨੈਲ ਸਿੰਘ ਨੇ ਅੱਜ ਇਸ ਦੇ ਉੱਤੇ ਸਵਾਲ ਕੀਤਾ। ਉਹਨੇ ਕਿਹਾ ਜੀ ਹੁਣ ਇਹ ਕੀ ਤਕਲੀਫ ਹੈ ਵੀ ਉਦੋਂ BJP ਨੇ ਕਿਹਾ ਸੀ ਕਿ ਵੀ ਠੀਕ ਹੈ, ਉਹਨਾਂ ਦੇ 3 MLA ਵੀ, ਰਾਜਨਾਥ ਸਿੰਘ ਨੇ, ਮੋਦੀ ਨੇ, ਦੂਜੇ ਨੇ ਕਿਹਾ। ਅੱਛਾ, ਹੁਣ ਜਦੋਂ ਮੈਂ ਦੇਖਦਾ ਕਿ ਵੀ ਇਹਨਾਂ ਦੀ ਡਾਈਕੋਟਮੀ ਟੁੱਚਿਆਂ ਦੀ ਕੀ ਹੁੰਦੀ ਹੈ, ਜਦੋਂ ਤੁਸੀਂ ਮੂੰਹ ਖਾਂਦਾ ਅੱਖਾਂ ਸ਼ਰਮਾਉਂਦੀਆਂ, ਤੁਹਾਡੀ ਲਾਇਲਟੀ ਕਿਤੇ ਹੁੰਦੀ ਹੈ, ਮੂੰਹ ਕਿਤੇ ਹੁੰਦਾ ਹੈ, ਤੁਸੀਂ ਦੌੜ ਸਹਿ ਦੇ ਨਾਲ ਹੁੰਦੇ ਹੋ, ਪਰ ਦੂਜੇ ਪਾਸੇ ਤੁਹਾਨੂੰ ਲੱਗਦਾ ਹੁੰਦਾ ਵੀ ਇਹ ਸ਼ਿਕਾਰੀ ਕੁੱਤਾ ਸਾਨੂੰ ਵੀ ਨਾ ਝਪਟ ਪਏ। ਉਸ ਤੋਂ ਹੀ ਬਣਿਆ ਟੂ ਰਨ ਵਿਦ ਦਾ ਹੇਅਰ ਐਂਡ ਹੰਟ ਵਿਦ ਦਾ ਹਾਊਂਡ ਜੀ। ਔਰ ਹੁਣ ਸਾਰੇ ਚੋਂ ਇਹਨਾਂ ਦੇ ਕੋੜਮੇ ਚੋਂ ਜਿਹੜੀ ਫਿਰ ਸਭ ਤੋਂ ਜ਼ਿਆਦਾ, ਜਦੋਂ ਹਿੰਦੀ ਵੀ ਚਪੜ ਬੋਲਦੀ ਹੈ ਪਾਰਲੀਮੈਂਟ ਦੇ ਵਿੱਚ, ਤਾਂ ਪਤਾ ਨਹੀਂ ਲੱਗ ਰਿਹਾ ਹੁੰਦਾ ਵੈਸੇ ਬੋਲ ਕੀ ਰਹੀ ਹੈ, ਪਰ ਇਹ ਜ਼ਰੂਰ ਹੁੰਦਾ ਵੀ ਹੈ UP ਦੀ ਰਹਿਣ ਵਾਲੀ, ਉਹ ਹੈ ਬੀਬੀ ਹਰਸਿਮਰਤ ਕੌਰ ਬਾਦਲ। ਹੁਣ ਅੱਜ ਉਹਦੀ ਸਟੇਟਮੈਂਟ ਜਿਹਦੇ ਥੱਲੇ ਉਹਨੇ ਹੁਣ ਉਹ ਬੈਲੈਂਸ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਵੀ ਸਟੈਂਡ ਅਕਾਲੀਆਂ ਨੇ ਲੈ ਲਿਆ, ਅਕਾਲੀ ਔਰ ਰਾਜ ਸਭਾ ਦੇ ਵਿੱਚ ਨਰੇਸ਼ ਗੁਜਰਾਲ ਜਿਹੜਾ ਇਹਨਾਂ ਦਾ ਨੁਮਾਇੰਦਾ, ਉਹਨੇ ਸਭ ਤੋਂ ਵੱਡਾ ਕਿਹਾ ਕਿ ਵੀ ਇਹ ਵਾਪਸ ਲਏ ਇੰਡੀਆ ਦੀ ਫੋਰਨ ਮਿਨਿਸਟਰੀ ਆਪਣੀ ਸਟੇਟਮੈਂਟ ਜਿਹੜੀ ਉਹਨੇ ਓਨਟਾਰੀਓ ਰੈਜ਼ੋਲੂਸ਼ਨ ਦੇ ਉੱਤੇ ਦਿੱਤੀ ਹੈ ਕਿ ਜੀ ਇਹ ਜਿਹੜਾ ਮਿਸਗਾਈਡਡ ਹੈ, ਹੁਣ ਤਾਂ ਇਹਨੂੰ ਐਗਜ਼ੈਜਰੇਟਡ ਤੇ ਕਈ ਕੁਛ ਹੀ ਕਹਿਣ ਲੱਗ ਗਏ ਨੇ। ਲੇਕਿਨ ਹੁਣ ਤੁਸੀਂ ਇਹ ਦੇਖੋ ਕਿ ਇਹ ਕਿਉਂ ਜਿਹੀ ਮਜਬੂਰੀ ਹੁੰਦੀ ਹੈ ਜਦੋਂ ਕਿ ਤੁਸੀਂ ਖਾ ਕਿਸੇ ਪਾਸਿਓਂ ਰਹੇ ਹੁੰਦੇ ਹੋ, ਸਿਧਾਂਤ ਨਾਲ ਤੁਹਾਡਾ ਕੋਈ ਵਾਸਤਾ ਨਹੀਂ ਹੁੰਦਾ, ਤੁਸੀਂ ਪਾਵਰ ਨੂੰ ਵੀ ਸਟਿਕ ਕਰਨਾ ਚਾਹੁੰਦੇ ਹੋ, ਛਿੱਤਰ ਆਪਣੇ ਲੋਕਾਂ ਦਾ ਵੀ ਤੁਹਾਨੂੰ ਡਰ ਲੱਗ ਰਿਹਾ ਹੁੰਦਾ ਵੀ ਫੇਸ ਕਰਨਾ ਹੈ ਜਾ ਕੇ ਜੀ। ਓਨਟਾਰੀਓ ਰੈਜ਼ੋਲੂਸ਼ਨ, ਅੱਛਾ ਇਹ ਹੁਣ ਅੱਜ ਦੀ ਹਰਸਿਮਰਤ ਕੌਰ ਬਾਦਲ ਦੀ ਸਟੇਟਮੈਂਟ ਹੈ, The resolution has tried to discredit the country in the eyes of the world। ਕਿ ਜਿਹੜਾ ਓਨਟਾਰੀਓ ਅਸੈਂਬਲੀ ਦਾ ਰੈਜ਼ੋਲੂਸ਼ਨ ਹੈ, ਇਹ ਦੁਨੀਆ ਦੀਆਂ ਨਜ਼ਰਾਂ 'ਚ ਭਾਰਤ ਨੂੰ ਜਿਹੜਾ ਉਹ ਡਿਸਕ੍ਰੈਡਿਟ ਕਰਨਾ ਹੈ, ਉਸ ਦਾ ਮਾੜਾ ਨਾਮਣਾ ਬਣਾਉਣ ਦਾ। Ontario resolution unacceptable for its critical references to India, ਹਰਸਿਮਰਤ ਬਾਦਲ, ਕਿ ਵੀ ਇਹ ਸਾਨੂੰ ਬਿਲਕੁਲ ਮਨਜ਼ੂਰ ਨਹੀਂ, ਕਿਉਂਕਿ ਭਾਰਤ ਬਾਰੇ ਇਸ ਦੇ ਵਿੱਚ ਜਿਹੜੀਆਂ ਨੇ ਆਲੋਚਨਾਤਮਕ ਗੱਲਾਂ ਕੀਤੀਆਂ ਹੋਈਆਂ। ਔਰ ਅਪ੍ਰੈਲ 19 ਡੇਟਲਾਈਨ ਚੰਡੀਗੜ੍ਹ ਹੈ। ਯੂਨੀਅਨ ਫੂਡ ਪ੍ਰੋਸੈਸਿੰਗ ਮਿਨਿਸਟਰ ਹਰਸਿਮਰਤ ਕੌਰ ਬਾਦਲ, ਉਹਨੇ ਮੋਦੀ ਨੇ ਸੱਦ ਕੇ ਕਿਹਾ ਹੋਣਾ ਕਿ ਵੀ ਦੇਖ ਲੈ ਤੂੰ ਵਜ਼ੀਰ ਰਹਿਣਾ ਕਿ ਨਹੀਂ ਰਹਿਣਾ, ਕਿ ਵੀ ਅਸੀਂ ਇਹ ਲੈ ਤੁਹਾਡਾ ਅਕਾਲੀ ਦਲ ਇਹ ਪੋਜੀਸ਼ਨ ਲੈ ਰਹੇ, ਕਿਉਂਕਿ ਦੋਨਾਂ ਨੇ ਹੀ ਰਾਜ ਸਭਾ 'ਚ ਨਰੇਸ਼ ਗੁਜਰਾਲ ਨੇ, ਪਾਰਲੀਮੈਂਟ 'ਚ ਚੰਦੂ ਮਾਜਰੇ ਨੇ, ਅਦਰਵਾਈਜ਼ ਸੁਖਬੀਰ ਬਾਦਲ ਨੇ, ਔਰ ਉਹਦਾ ਪੂਰਾ ਸੱਜਣ ਦਾ ਆ ਗਿਆ ਆਲਰੇਡੀ। ਔਰ ਤੁਸੀਂ ਦੇਖੋ ਵੀ ਇਹ ਅਮਰਿੰਦਰ ਦਾ ਘਟੀਆਪਨ, ਇੱਕ ਪਾਸੇ ਤੋਂ ਉਹਨੇ ਜੋ ਲਿਆ ਹੀ ਲਿਆ, ਲੇਕਿਨ ਕਿਵੇਂ ਹਿਊਮਿਲੇਟ ਕਰਨ ਦੀ ਕੋਸ਼ਿਸ਼ ਹੈ। ਯੂਜੂਅਲੀ ਜਦੋਂ ਪ੍ਰੋਟੋਕੋਲ ਦੀ ਗੱਲ ਹੁੰਦੀ ਹੈ, ਡਿਪਟੀ ਕਮਿਸ਼ਨਰ ਲੈਵਲ ਦਾ ਬੰਦਾ ਜਿਹੜਾ ਉਹ ਐਡਮਿਨਿਸਟ੍ਰੇਸ਼ਨ ਦਾ ਹੈਡ ਉਹ ਹੁੰਦਾ, ਉਹ ਰਿਸੀਵ ਕਰਦਾ ਏਅਰਪੋਰਟ ਤੇ ਜੀ, ਪਰ ਉਹ ਨਹੀਂ ਗਿਆ, ਉਹ ਚੰਡੀਗੜ੍ਹ ਚਲਾ ਗਿਆ ਜੀ, ਹਾਈ ਕੋਰਟ ਦੀ ਹੀਅਰਿੰਗ ਹੈ ਫਲਾਣਾ ਹੈ, ਤੇ ਉਹ ਜਿਹੜਾ SDM ਹੈ ਉਹਨੂੰ ਭੇਜਿਆ।
ਔਰ ਬੇਸ਼ੱਕ ਜਿਹੜੀਆਂ ਦੂਸਰੀਆਂ ਆਪਣੀਆਂ ਪੰਥਕ ਜਥੇਬੰਦੀਆਂ ਨੇ ਉਹਨਾਂ ਦੇ ਨੁਮਾਇੰਦੇ ਬਾਹਰ ਸੀ, ਲੇਕਿਨ ਕੈਨੇਡੀਅਨਸ ਹੁਣ ਇਸ ਗੱਲ ਤੋਂ ਉਹਨਾਂ ਦੇ ਹਾਈ ਕਮਿਸ਼ਨ ਔਰ ਦੂਜੇ ਨੇ ਵੀ ਮੇਕ ਸ਼ੋਰ ਕੀਤਾ ਵੀ ਕੱਲ ਨੂੰ ਵਾਕਿਆ ਹੀ ਨਾ ਲੱਗੇ ਕਿ ਵੀ ਵਾਕਿਆ ਹੀ ਇਹ ਉਹਨਾਂ ਦੇ ਨਾਲ ਰਲੇ ਹੋਏ ਨੇ, ਉਹਨਾਂ ਨਾਲੋਂ ਨਹੀਂ ਮਿਲੇ। ਲੇਕਿਨ ਸ਼੍ਰੋਮਣੀ ਕਮੇਟੀ ਨੇ ਆਪਣਾ ਬਣਦਾ ਜਿਹੜਾ ਹੈ ਉਹਨਾਂ ਨੂੰ ਮਾਣ-ਤਾਣ ਔਰ ਆਨਰ ਕੀਤਾ। ਲੇਕਿਨ ਇਸ ਪਾਸੇ ਜਿਸ ਅੰਦਾਜ਼ ਦੇ ਵਿੱਚ ਹੁਣ ਇਹ ਹਰਸਿਮਰਤ ਕੌਰ ਬਾਦਲ ਨੇ ਆਪਣੇ ਆਪ ਨੂੰ ਜਿਹੜਾ ਹੈ ਉਹ ਇਹ ਸਾਰੇ ਦੇ ਨਾਲ ਬਿਲਕੁਲ ਅਗੇਨ ਡਿਸਕ੍ਰੈਡਿਟ ਕੀਤਾ, ਇਹ ਸਾਰੀ ਹਿਸਟਰੀ ਵੀ ਬਣ ਰਹੀ ਹੈ। ਇਹਨਾਂ ਨੂੰ ਨਹੀਂ ਪਤਾ ਹੈ ਵੀ ਜੇ ਸਾਨੂੰ ਕਦੇ ਨਹੀਂ ਭੁੱਲਿਆ ਨਵਾਬ ਮਲੇਰਕੋਟਲਾ ਕਿ ਉਹਨੇ ਹਾਂ ਦਾ ਨਾਰਾ ਮਾਰਿਆ ਸੀ, ਸਾਨੂੰ ਕਦੇ ਸੁੱਚਾਨੰਦ 300 ਸਾਲ 'ਚ ਨਹੀਂ ਭੁੱਲਿਆ ਜਿਹਨੇ ਕਿਹਾ ਸੀ ਸੱਪਾਂ ਦੇ ਬੱਚੇ ਸੱਪ ਹੁੰਦੇ ਨੇ, ਜਿਵੇਂ ਸਾਨੂੰ ਕਦੇ ਲੱਖੂ ਨਹੀਂ ਭੁੱਲਿਆ ਵੀ ਉਹਦੀਆਂ ਕਿਉਂ ਜੀਆਂ। ਇਹ ਜਿਹੜੀ ਇਸ ਕਿਸਮ ਦੀਆਂ ਗੱਲਾਂ ਹੁੰਦੀਆਂ, ਠੀਕ ਹੈ ਸਾਨੂੰ ਪੜ੍ਹਨ ਲਿਖਣ ਦਾ ਸ਼ੌਕ ਨਾ ਹੋਏ, ਹਿਸਟਰੀ ਬਹੁਤੀ ਨਾ ਹੋਏ ਪੜ੍ਹੀ, ਲੇਕਿਨ ਇਹ ਗੱਲਾਂ ਸਾਡੇ ਇਤਿਹਾਸ 'ਚ ਜਿਹੜੀ ਨੇ ਉਹ ਸਾਨੂੰ ਕਦੇ ਭੁੱਲਦੀਆਂ ਨਹੀਂ ਨੇ। ਔਰ ਇਹ ਜਿਹੜੀ ਹੈ ਇਹ ਹਰਸਿਮਰਤ ਕੌਰ ਬਾਦਲ ਟੁਡੇ ਸੈਡ ਦ NDA ਗਵਰਨਮੈਂਟ ਹੈਡ ਪਬਲਿਕਲੀ termed the 1984 mass murder of Sikhs as genocide and would continue to actively work to prosecute those behind this dastardly act, even as she urged the Punjab Congress not to buckle under pressure of its high command and work against the cause of Punjab and Punjabis। ਹੁਣ ਤੁਸੀਂ ਦੇਖੋ ਇੱਕ ਪਾਸੇ ਕਾਂਗਰਸ ਨੂੰ ਸਲਾਹ ਦੇ ਰਹੀ ਹੈ, ਹਰਜੀਤ ਸੱਜਣ ਦੇ ਮਾਮਲੇ 'ਚੋਂ ਕਹਿਣਾ ਚਾਹੁੰਦੀ ਹੈ ਜੀ ਤੁਸੀਂ ਕਾਂਗਰਸ ਦਾ ਪ੍ਰੈਸ਼ਰ ਨਾ ਲਓ, ਦੂਸਰਾ ਕਰੋ, ਪਰ ਇਹ ਕਹਿ ਰਹੀ ਅਸੀਂ NDA ਸਰਕਾਰ ਨੇ ਪਬਲਿਕਲੀ ਇਹਨੂੰ ਜੈਨੋਸਾਈਡ ਕਿਹਾ। ਕਦੋਂ ਕਿਹਾ? ਕਿਹੜੀ ਪਾਰਲੀਮੈਂਟ ਨੇ ਮੋਸ਼ਨ ਕੀਤਾ? ਰਾਜਨਾਥ ਸਿੰਘ ਨੇ ਵੋਟਾਂ ਲੈਣ ਦੇ ਮੌਕੇ ਦਿੱਲੀ ਕਾਲੋਨੀ 'ਚ ਜਾ ਕੇ ਕਿਹਾ। ਉਹ ਤੋਂ ਤੁਹਾਡੀ ਗਵਰਨਮੈਂਟ ਹੁਣ ਮਿਸਗਾਈਡਡ ਕਹਿ ਰਹੀ ਹੈ, ਜਦੋਂ ਓਨਟਾਰੀਓ ਅਸੈਂਬਲੀ ਨੇ ਕਿਹਾ। ਦਿੱਲੀ ਆਮ ਆਦਮੀ ਪਾਰਟੀ ਜ਼ਰੂਰ ਕਲੇਮ ਕਰ ਸਕਦੀ ਹੈ ਜੀ ਉਹਦੇ ਹਾਊਸ ਨੇ ਉਹਨੂੰ ਜੈਨੋਸਾਈਡ ਪਾਸ ਕੀਤਾ, ਪਰ ਹੁਣ ਤੁਹਾਨੂੰ ਕੀ ਤਕਲੀਫ ਹੈ ਜੇ ਦਿੱਲੀ ਹਾਊਸ ਪਾਸ ਕਰਦਾ ਹੈ, ਰਾਜਨਾਥ ਸਿੰਘ ਕਹਿੰਦਾ ਤੂੰ ਕਹਿੰਦੀ ਹੈ ਮਾਈ ਜੀ, ਤੇ ਜੇ ਓਨਟਾਰੀਓ ਲੈਜਿਸਲੇਚਰ ਨੇ ਕਿਹਾ ਤਾਂ ਫਿਰ ਤੁਹਾਨੂੰ ਕੀ ਤਕਲੀਫ ਹੈ ਕਿ ਜੀ ਇੰਡੀਆ ਨੂੰ ਡਿਸਕ੍ਰੈਡਿਟ ਕਰਤਾ, ਫਲਾਣਾ ਕਰਤਾ। ਹੁਣ ਇਹ ਜਿਹੜਾ in a statement here Mrs. Badal said the Ontario resolution was unacceptable because it made critical references to India, particularly its human rights record, and even questioned its democratic credentials। ਉੱਥੇ ਹਿਊਮਨ ਰਾਈਟਸ ਨੇ, ਆ ਜੋ ਗਊ ਰਕਸ਼ਕਾਂ ਦੇ ਨਾਂ ਥੱਲੇ, ਜੋ ਘੱਟ ਗਿਣਤੀਆਂ ਨਾਲ, ਜੋ ਕਸ਼ਮੀਰ ਦੇ ਲੋਕਾਂ ਦੇ ਨਾਲ, ਜੋ ਸਿੱਖਾਂ ਦੇ ਨਾਲ ਲਗਾਤਾਰਤਾ ਨਾਲ ਹੋ ਰਿਹਾ, ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਹੈ ਕਿ ਵੀ ਇਹ ਕੱਲ ਨੂੰ ਆਪਣਾ ਕੀ ਆਪਣੇ ਬੱਚਿਆਂ ਨੂੰ ਹੀ ਕੀ ਮੂੰਹ ਦਿਖਾਣਗੇ ਜਿਨ੍ਹਾਂ ਦੇ ਸਿਰਾਂ ਤੇ ਕੇਸ ਰੱਖੇ ਹੋਏ ਨੇ, ਪਟਕੇ ਬੰਨਿਆ ਇਹਦੇ ਮੁੰਡੇ ਦੇ। ਇਹਨਾਂ ਨੂੰ ਨਹੀਂ ਨਜ਼ਰ ਆਉਂਦਾ ਹੈ ਕਿ ਵੀ ਉੱਥੇ ਹਾਲਾਤ ਇਹਨਾਂ ਦੀ ਸਰਕਾਰ NDA ਜਾਂ ਕਿਹੜੀ ਕ੍ਰੈਡੀਬਿਲਿਟੀ ਹੈ ਇੰਡੀਅਨ ਗਵਰਨਮੈਂਟ ਦੀ ਕਿ ਜਿਹੜੀ ਉਹਦੀ ਡੈਮੋਕ੍ਰੇਸੀ ਨੂੰ ਚੈਲੰਜ ਨਹੀਂ ਕਰ ਸਕਦਾ ਕੋਈ ਬਾਹਰ ਬੈਠਾ। ਕਿਹੜੀ ਡੈਮੋਕ੍ਰੇਸੀ ਹੈ ਇਹਨਾਂ ਦੀ? ਫਿਰ ਤੁਸੀਂ ਇਹ ਦੇਖਦੇ ਹੋ India is a pluralistic society, a quote unquote है। India is a pluralistic society and constitutional guarantees have been put in place to protect its diverse nature। हाँ, diverse nature ਤੁਸੀਂ ਜੂਨ 84 ਘੱਲੂਘਾਰਾ, ਨਵੰਬਰ ਕਿੱਥੇ ਤੁਹਾਡਾ ਕਨਸਟੀਟਿਊਸ਼ਨ? 32 ਸਾਲ ਬਾਅਦ ਜੇ ਸਜ਼ਾ ਨਹੀਂ ਦਿੱਤੀ ਹੈ ਕਿਸੇ ਨੂੰ, ਔਰ ਜੋ ਅੱਜ ਉੱਥੇ ਵਾਪਰ ਰਿਹਾ ਕਿਹੜੇ ਕਨਸਟੀਟਿਊਸ਼ਨ ਦੇ ਥੱਲੇ, ਕਿਹਨੂੰ ਇਨਸਾਫ ਹੈ? ਲੇਕਿਨ ਇਹ ਹੈ ਮੂੰਹ ਖਾਂਦਾ, ਅੱਖਾਂ ਸ਼ਰਮਾਉਂਦੀਆਂ। ਔਰ ਜਦੋਂ ਤੁਸੀਂ ਆਪਣੀ ਜ਼ਮੀਰ ਦੇ ਨਾਲ ਸਮਝੌਤਾ ਕਰਦੇ ਹੋ, ਜ਼ਮੀਰ ਨੂੰ ਵੇਚਦੇ ਹੋ, ਤਾਂ ਫਿਰ ਉਹੀ ਹਾਲ ਹੁੰਦਾ ਹੈ ਜਿਹੜਾ ਕਿ ਬਿਲਕੁਲ ਜਿਹੜੇ ਜ਼ਲੀਲ ਲੋਕ ਹੁੰਦੇ ਨੇ, ਜੋ ਜਿਹਾ ਫਿਰ ਜ਼ੈਲ ਸਿੰਘ ਦਾ ਹੋਇਆ। ਉਹਨੂੰ ਜਦੋਂ ਮਰਿਆ ਵੀ ਜ਼ੈਲ ਸਿੰਘ, ਮੈਂ ਲਿਖਿਆ ਜ਼ੈਲ ਤੋਂ ਜ਼ਲੀਲ ਤੱਕ ਦਾ ਸਫ਼ਰ। ਉਹਨਾਂ ਦੇ ਭਾਈਚਾਰੇ ਦੇ ਕੁਝ ਮੇਰੇ ਨਾਲ ਔਖੇ ਵੀ ਹੋ ਗਏ, ਮੇਰੇ ਐਡਮਾਇਰਰ ਵੀ ਸੀ ਕਿ ਜੀ ਤੁਸੀਂ, ਮੈਂ ਕਿਹਾ ਜੀ ਦੇਖ ਲਓ ਜਦੋਂ ਮਾਪਿਓ ਨੇ ਰੱਖਿਆ ਹੋਣਾ ਵੀ ਜ਼ੈਲਦਾਰ ਪੁੱਤ ਸਾਡਾ ਜਿਹੜਾ ਅੱਬਰ, ਉਹ ਜ਼ੈਲਦਾਰ ਵੀ ਅੰਗਰੇਜ਼ਾਂ ਦੇ ਕੁੱਤੇ ਹੁੰਦੇ ਸੀ ਕਿ ਵੀ ਇਹ ਵੱਡਾ ਮਾਲਕ ਬਣੇਗਾ। ਮੈਂ ਕਿਹਾ ਜੀ ਮਰਿਆ ਜ਼ਲੀਲ ਹੋ ਕੇ ਕਿ ਵੀ ਜਦੋਂ ਤੁਸੀਂ ਆਪਣੇ ਲੋਕਾਂ ਦੇ ਨਾਲ ਧਰੋਹ ਕਰਦੇ ਹੋ ਫਿਰ ਤੁਸੀਂ ਕਿਉਂ ਜਿਹਾ ਤੁਹਾਡਾ ਤੁਸੀਂ ਰਹਿ ਜਾਂਦੇ ਹੋ। ਹੁਣ ਇਹੀ ਹਾਲ ਇਹ ਮਾਈ ਕਰ ਰਹੀ ਹੈ। India is a pluralistic society and constitutional guarantees have been put in place to protect its diverse nature. The Ontario resolution has tried to discredit the country completely in the eyes of the world by condemning communal violence, hatred, hostility, prejudice, racism, and intolerance in India instead of focusing only on 1984 mass murders। ਆ ਦੇਖੋ ਤੁਸੀਂ ਆਰਗੂਮੈਂਟ ਵੀ ਤਾਂ ਕੋਈ ਬਣਾਓ, ਕੋਈ ਮੂੰਹ ਸਿਰ ਬਣਾਓ। ਉਹ ਕਹਿੰਦੇ ਜੀ ਕੱਲਾ ਇਹ 84 ਮਾਸ ਮਰਡਰ ਦੀ ਗੱਲ, ਉਹਨੂੰ ਫਿਰ ਮਾਸ ਮਰਡਰ ਕਹਿ ਰਹੇ, ਖੁਦ ਜੈਨੋਸਾਈਡ ਨਹੀਂ ਹੈ। ਹੁਣ ਕੀ ਜਿਹੜੇ ਸ਼ਬਦ ਓਨਟਾਰੀਓ ਲੈਜਿਸਲੇਚਰ ਨੇ ਇਸਤੇਮਾਲ ਕੀਤੇ ਉਹ ਇੰਡੀਆ 'ਚ ਨਹੀਂ ਨੇ? ਕਮਿਊਨਲ ਵਾਇਲੈਂਸ, ਫਿਰਕੂ ਹਿੰਸਾ,
ਅੱਜ ਵੀ ਜਾਰੀ ਹੈ। ਜਦੋਂ ਅਸੀਂ ਗੱਲ ਕਰ ਰਹੇ ਹਾਂ ਹੁਣ ਉੜੀਸਾ 'ਚ ਚੋਣਾਂ ਹੋਣੀਆਂ ਨੇ, ਉੜੀਸਾ ਦੇ ਵਿੱਚ ਇਹਨਾਂ ਨੇ ਆਲਰੇਡੀ ਉੱਥੇ ਸ਼ੁਰੂ ਕਰ ਦਿੱਤਾ ਹੈ ਕਮਿਊਨਲ ਫਾਈਟਿੰਗ, ਜਿਵੇਂ ਯੂਪੀ 'ਚ ਕੀਤੀ ਚੋਣਾਂ ਜਿੱਤਣ ਦੇ ਲਈ। ਹੇਟਰੇਡ, ਸਾਰਾ ਭਾਰਤ ਨਫ਼ਰਤ ਦੀ ਅੱਗ ਦੇ ਵਿੱਚ, ਕੋਈ ਆਦਿਤਿਆ ਯੋਗੀ ਹੋਏ, ਕੋਈ ਮੋਦੀ ਹੋਏ, ਕੋਈ ਉਮਾ ਭਾਰਤੀ ਹੋਏ। ਉਹਨੇ ਸੁਪਰੀਮ ਕੋਰਟ ਨੇ ਕਿਹਾ ਅਡਵਾਨੀ, ਉਮਾ ਭਾਰਤੀ, ਮੁਰਲੀ ਮਨੋਹਰ ਜੋਸ਼ੀ ਵੀ ਇਹਨਾਂ ਨੂੰ ਟਰਾਈ ਕੀਤਾ ਜਾਏ। ਇਹਨਾਂ ਨੇ ਨਿਕਲਣਾ ਕੀ ਹੈ ਟਰਾਇਲ 'ਚੋਂ ਕਿ ਵੀ ਇਹਨਾਂ ਨੇ ਕੰਸਪੀਰੇਸੀ ਕੀਤੀ ਬਾਬਰੀ ਮਸਜਿਦ ਢਾਣ ਦੀ। ਤੇ ਉਹ ਤੁਸੀਂ ਦੇਖੋ ਜਿਹਨੂੰ ਕਹਿੰਦੇ ਨੇ ਕਿ ਵੀ ਸੀਨਾ ਜ਼ੋਰੀ, ਉਮਾ ਭਾਰਤੀ ਕਹਿੰਦੀ ਇਹ ਗਲਤ ਹੈ, ਅਸੀਂ ਸਾਜ਼ਿਸ਼ ਥੋੜੀ ਕੀਤੀ, ਅਸੀਂ ਤਾਂ ਖੁੱਲ੍ਹਮ ਖੁੱਲੇ ਕੀਤਾ ਜੀ। ਉਹਦਾ ਮਤਲਬ ਇਹ ਹੈ ਵੀ ਇਹ ਸਾਨੂੰ ਤੁਸੀਂ ਸਾਜ਼ਿਸ਼ ਕਹਿ ਰਹੇ ਹੋ, ਅਸੀਂ ਤਾਂ ਹਿੱਕ ਦੇ ਨਾਲ ਢਾਈ ਹੈ ਮਸਜਿਦ, ਤੁਸੀਂ ਸਾਜ਼ਿਸ਼ ਨਹੀਂ, ਅਸੀਂ ਢਾਈ ਹੈ, ਓਪਨਲੀ ਕੀਤਾ ਅਸੀਂ। ਇਹ ਹੈ ਤੇ ਇਹ ਕਹਿ ਰਹੀ ਹੈ ਵੀ ਉੱਥੇ ਤੁਸੀਂ ਬਿਲਕੁਲ ਕੋਈ ਕਮਿਊਨਲ ਹੇਟਡ ਦੀ ਗੱਲ ਨਹੀਂ, ਹੌਸਟਿਲਿਟੀ, ਦੁਸ਼ਮਣੀ। ਹੁਣ ਤੁਸੀਂ ਕਹੋ ਜੀ ਲਵ ਜਿਹਾਦ, ਇਹ ਗਦਾਰ, ਇਹ ਟ੍ਰੇਟਰ, ਇਹ ਸਾਰੇ ਮਾਰੇ ਜਾਣ ਦੇ ਕਾਬਲ ਨੇ। ਪ੍ਰੈਜੁਡਿਸ, ਵਿਤਕਰਾ ਨਹੀਂ ਹੈ ਉੱਥੇ ਤਾਂ ਜੀ, ਸਾਰੇ ਬੇਗਮਪੁਰਾ ਸ਼ਹਿਰ ਕੋ ਨਾਓ, ਸਾਰੇ ਤੁਸੀਂ ਜਿਹੜੇ ਨੇ ਉੱਥੇ ਭਰਾ ਬਣਾਏ ਹੋਏ ਨੇ, ਕੋਈ ਕਿਸੇ ਦੇ ਨਾਲ ਨਫ਼ਰਤ ਨਹੀਂ ਕਰਦਾ। ਐਸਾ ਭਾਰਤ ਰੇਸਿਜ਼ਮ, ਨਜ਼ਲਵਾਦ, ਜ਼ਾਤ ਪਾਤ, ਤੁਸੀਂ ਦਲਿਤਾਂ ਦਾ ਕੀ ਕਨਈਆ ਤੋਂ ਲੈ ਕੇ ਰਾਹੁਲ ਵਰਮੂਲਾ ਤੱਕ ਜੋ ਉੱਥੇ ਹਾਲ ਕੀਤੇ ਜੀ। ਐਂਡ ਇਨਟੋਲਰੈਂਸ ਇਨ ਇੰਡੀਆ, ਉਹਨੂੰ ਕਿਹਾ ਜੀ ਕਹਿਤਾ ਭਾਰਤ 'ਚ ਇਨਟੋਲਰੈਂਸ ਹੈ, ਸਹਿਨਸ਼ੀਲਤਾ ਹੈ, ਅਸੀਂ ਤਾਂ ਬਹੁਤ ਸਹਿਨਸ਼ੀਲ ਲੋਕ ਹੈ। ਵੀ ਝੂਠ ਬੋਲਣ ਲੱਗੇ ਹੀ ਦੇਖ ਲੈ, ਸ਼ਕਲ ਹੀ ਆਪਣੀ ਦੇਖ ਲੈ ਸ਼ੀਸ਼ੇ 'ਚ, ਬਿਊਟੀ ਪਾਰਲਰ ਹੀ ਜਾ ਕੇ ਦੇਖ ਲਓ, 4 ਵਾਰੀ ਜਾਏ ਤਾਂ ਉੱਥੋਂ ਨਿਕਲ ਕੇ ਜਾਂਦੀ ਹੈ ਸਿੱਧੀ। ਫਿਰ ਵੀ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਵੀ ਇਹ ਆਪਣੀ ਜ਼ਮੀਰ ਦੇ ਰੂਬਰੂ ਹੋ ਕੇ ਦੇਖਣ ਕਿ ਵੀ ਇਹ ਕੀ ਇਹਨਾਂ ਦਾ ਹੈ। ਫਿਰ ਉਹਨੇ ਕਾਂਗਰਸ ਪਾਰਟੀ ਨੂੰ ਕਿਹਾ ਕਿ ਜੀ ਇੱਥੇ ਅੱਗੇ ਉਹਨੇ ਹਰਜੀਤ ਸੱਜਣ ਦੀ ਕਿ ਦਿਸ ਦੈਟ ਇਹ ਸਾਰਾ ਪਾਰਟ, ਉਹ ਕਾਂਗਰਸ ਉਹਨੂੰ ਕਮਾਂਡ ਨਾ ਕਰੇ, ਪੰਜਾਬ ਗਵਰਨਮੈਂਟ ਇਜ਼ ਮਿਸਿੰਗ ਦਾ ਓਪਰਚੁਨਿਟੀ ਬਾਈ ਸ਼ਨਿੰਗ ਮਿਸਟਰ। ਸੋ ਹੁਣ ਇੱਕ ਪਾਸਾ ਇਹ ਹੈ ਜੀ। ਹੁਣ ਮੈਂ ਕੁਦਰਤੀ ਜਦੋਂ ਇਹਦੀ ਇਹ ਸਟੇਟਮੈਂਟ ਦੇਖ ਰਿਹਾ ਸੀ ਤੇ ਇੱਕ ਸਟੇਟਮੈਂਟ ਜੌਨ ਮੈਕਡੋਨਲ ਜਿਹੜੇ ਨੇ ਉਹ ਨੇ ਲੇਬਰ ਪਾਰਟੀ ਦੇ ਪਾਰਲੀਮੈਂਟ ਮੈਂਬਰ, ਉਹਨਾਂ ਦੀ ਇੱਕ ਸਟੇਟਮੈਂਟ ਸੀ ਕਿ ਸਾਰੀ ਉਮਰ ਨਹੀਂ ਭਰ ਸਕਦੇ ਸਿੱਖ ਕਤਲੇਆਮ ਦੇ ਜ਼ਖਮ। ਔਰ ਇਹ ਜੌਨ ਮੈਕਡੋਨਮ ਖੁਦ ਉਹਨਾਂ ਨੇ ਯਹੂਦੀਆਂ ਦੇ ਨਾਲ ਜੋ ਹੋਇਆ ਸਿੱਖਾਂ ਦਾ ਉਹਨੂੰ ਕੰਪੇਅਰ ਕੀਤਾ। 14 ਅਪ੍ਰੈਲ ਦੀ ਨਵੀਂ ਦਿੱਲੀ ਡੇਟ ਲਾਈਨ ਹੈ ਜੀ। ਬਰਤਾਨੀਆ ਦੇ ਲੰਡਨ ਸ਼ਹਿਰ ਦੇ ਲੇਬਰ ਪਾਰਟੀ ਦੇ ਸੰਸਦੀ ਮੈਂਬਰ ਜੌਨ ਮੈਕਡੋਨਲ ਨੇ ਦਿੱਲੀ ਅਤੇ ਹੋਰਨਾਂ ਸ਼ਹਿਰਾਂ ਵਿੱਚ ਵਾਪਰੇ 1984 ਸਿੱਖ ਕਤਲੇਆਮ ਦੀ ਤੁਲਨਾ ਯਹੂਦੀਆਂ ਦੀ ਹੋਈ ਨਸਲਕੁਸ਼ੀ ਨਾਲ ਕੀਤੀ। ਹੁਣ ਇਹਨਾਂ ਨੂੰ ਤਾਂ ਅਜੇ ਅਟਾਰੀ ਦੀ ਤਕਲੀਫ ਇਸ ਲਈ, ਇਹਨਾਂ ਨੂੰ ਪਤਾ ਹੈ ਵੀ ਅਗਲੇ ਸਟੈਪ ਕੀ ਹੋਣੇ ਨੇ ਜੀ। ਉਹਨਾਂ ਕਿਹਾ 1984 ਵਿੱਚ ਸਿੱਖਾਂ ਨਾਲ ਬਹੁਤ ਵੱਡਾ ਦੁਖਾਂਤ ਵਾਪਰਿਆ ਜਿਸ ਦੇ ਜ਼ਖਮ ਸਾਰੀ ਉਮਰ ਨਹੀਂ ਭਰ ਸਕਦੇ। ਉਹ ਸਿੱਖ ਕਤਲੇਆਮ ਦੇ ਮਾਮਲੇ ਨੂੰ ਕਈ ਵਾਰ ਬਰਤਾਨੀਆ ਦੀ ਸੰਸਦ ਵਿੱਚ ਲਿਆ ਚੁੱਕੇ ਹਨ। ਉਹਨਾਂ ਕਿਹਾ ਜਿਵੇਂ ਜਰਮਨ ਵਿੱਚ ਹਿਟਲਰ ਵੱਲੋਂ ਯਹੂਦੀਆਂ ਦਾ ਕਤਲੇਆਮ ਕੀਤਾ ਗਿਆ ਸੀ, ਉਸੇ ਤਰ੍ਹਾਂ ਸਾਲ 1984 ਦੇ ਨਵੰਬਰ ਮਹੀਨੇ ਵਿੱਚ ਬੇਕਸੂਰ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਹੁਣ ਇਹ ਤਾਂ ਅਜੇ ਦੰਗਿਆਂ ਤੋਂ ਨਸਲਕੁਸ਼ੀ, ਉਹਨਾਂ ਨੇ ਤਾਂ ਹੋਲੋਕਾਸਟ ਨਾਲ ਕੰਪੇਅਰ ਕਰ ਦਿੱਤਾ। ਇਹ ਜੈਨੋਸਾਈਡ ਉਵੇਂ ਹੀ ਹੈ ਜਿਵੇਂ ਕੰਸਨਟ੍ਰੇਸ਼ਨ ਕੈਂਪਾਂ 'ਚ ਰੱਖ ਕੇ ਔਰ ਗੈਸ ਚੈਂਬਰਾਂ 'ਚ ਮਾਰਿਆ ਸੀ, ਉਹਦੇ ਨਾਲ। ਜੌਨ ਮੈਕਡੋਨਲ ਨੇ ਕਿਹਾ 1984 ਸਿੱਖ ਕਤਲੇਆਮ ਯਹੂਦੀ ਕਤਲੇਆਮ ਦਾ ਦੁਹਰਾਓ ਸੀ, ਉਹਦਾ ਰੈਪੀਟੀਸ਼ਨ ਸੀ। ਰਾਜ ਕਾਕੜਾ ਦੀ ਨਵੀਂ ਪੰਜਾਬੀ ਫਿਲਮ ਪੱਤਾ ਪੱਤਾ ਸਿੰਘਾਂ ਦਾ ਵੈਰੀ ਦੇ ਲੰਡਨ ਵਿਖੇ ਕਰਵਾਏ ਪ੍ਰੀਮੀਅਰ ਸ਼ੋਅ ਦੇ ਉਦਘਾਟਨ ਦੌਰਾਨ ਜੌਨ ਨੇ ਕਿਹਾ ਇਸ ਫਿਲਮ ਵਿੱਚ ਪੰਜਾਬ ਦੇ ਦੁਖਾਂਤ ਨੂੰ ਪੇਸ਼ ਕੀਤਾ ਗਿਆ ਹੈ ਔਰ ਇਸ ਵਿੱਚ ਰਾਜ ਕਾਕੜਾ ਔਰ ਦੂਸਰੇ ਵੀ ਮੌਜੂਦ ਸੀ। ਔਰ ਇਹ ਫਿਲਮ ਉਹਨਾਂ ਦੀ ਨੌਜਵਾਨਾਂ ਦੀ ਕਹਾਣੀ ਦੇ ਤੇ ਆਧਾਰਿਤ ਹੈ ਜਿਸ ਦਾ ਪਿਤਾ ਦਰਬਾਰ ਸਾਹਿਬ ਤੇ ਹੋਏ ਹਮਲੇ ਦੌਰਾਨ ਫੌਜ ਦੀ ਗੋਲੀ ਦਾ ਸ਼ਿਕਾਰ ਹੋ ਜਾਂਦਾ ਹੈ। ਔਰ ਇਹ ਫਿਲਮ ਪੁਲਿਸ ਵੱਲੋਂ ਬੇਗੁਨਾਹ ਤੇ ਕੀਤੇ ਜ਼ੁਲਮਾਂ ਦਾ ਦਾਸਤਾਨ ਬਿਆਨ ਕਰਦੀ ਹੈ। ਵੈਸੇ ਪਹਿਲਾਂ ਦੀ ਸਟੋਰੀ ਹੈ ਫਿਲਮ ਦੀ, ਲੇਕਿਨ ਕੁੱਲ ਮਿਲਾ ਕੇ ਮੈਂ ਸਮਝਦਾ ਕਿ ਵੀ ਇਹ ਵੀ ਇੱਕ ਬਹਾਦਰ ਆਵਾਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਨਵਾਬ ਮਲੇਰਕੋਟਲੇ ਦੇ ਹਾਂ ਦੇ ਨਾਅਰੇ ਨਾਲ ਕਹਿੰਦੇ ਹਾਂ। ਉੱਥੇ ਹੋਏ ਓਨਟਾਰੀਓ ਦੀ ਲੈਜਿਸਲੇਟਿਵ ਅਸੈਂਬਲੀ ਹੋਏ ਔਰ ਇਹ ਹਰਸਿਮਰਤ ਬਾਦਲ, ਅਮਰਿੰਦਰ ਔਰ ਇਹ ਨਸਲ ਜਿਹੜੀ ਹੈ ਇਹਨਾਂ ਦੀ ਥਾਂ ਉਹੀ ਗੰਗੂ, ਚੰਦੂ, ਲੱਖੂ, ਜੱਸੂ ਦੇ ਨਾਲ ਹੋਏਗੀ ਜਿਹੜੇ ਕਿ ਕਾਤਲਾਂ ਦੇ ਨਾਲ ਮਿਲ ਕੇ ਆਪਣੇ ਲੋਕਾਂ ਦਾ ਸ਼ਿਕਾਰ ਕਰਵਾਉਣ ਦੇ ਲਈ ਵੀ ਅੱਗੇ ਸਨ ਤੇ ਉਹਨਾਂ ਦੇ ਕਾਲੇ ਕਰਤੂਤਾਂ ਦੇ ਉੱਤੇ, ਕਾਲੇ ਗੁਨਾਹ ਦੇ ਉੱਤੇ ਪਰਦਾ ਪਾਉਣ ਦੇ ਲਈ ਵੀ ਪੇਸ਼ ਸਨ। ਸੋ ਇਹ ਸਿਰਫ ਇੱਕ ਟਾਈਮ ਦੀ ਘੜੀ ਦੀ ਚਾਲ ਹੁੰਦੀ ਹੈ। ਇਹ ਸਾਰੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਜਿਹੜਾ ਉਹਨੇ ਅਮਰਿੰਦਰ ਨੇ ਤਾਂ ਪਹਾੜਾ ਸਿੰਘ ਸੀ ਯਾਰ ਫਰੰਗੀਆਂ ਦਾ, ਉਹਦੇ ਨਾਲ ਨਾਂ ਲਿਖਾਇਆ ਹੋਇਆ ਤੇ ਇਹ ਮਾਈ ਜਿਹੜੀ ਹੈ ਇਹ ਵੀ ਉਸ ਟ੍ਰੇਟਰ ਕਲੈਨ ਦੇ ਨਾਲ ਜੋ ਬਾਦਲਾਂ ਦਾ ਰੋਲ ਹੈ ਹਿੰਦੂ ਤਵੀਆਂ ਦੇ ਨਾਲ ਰਲ ਕੇ
ਉਸ ਦਾ ਇੱਕ ਹਿੱਸਾ ਹੈ। ਜੀ ਡਾਕਟਰ ਸਾਹਿਬ ਬਿਲਕੁਲ। ਹੁਣ ਆਪਾਂ ਅਪੀਲ ਕਰਦੇ ਹਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ। ਵਿਊਅਰਸ, ਯੂ ਮਸਟ ਐਗਰੀ that there is no human rights channels like TV84 worldwide. To keep the TV84 running, we need your economic help. To donate, please go to our website tv84.tv and become a recurring donor. Donate whatever you feel comfortable, but donate, or make a check-in name of TV84 and mail it at 36-01 37th Avenue, Long Island City, New York 11101 USA. We also look for advice and volunteer in this field. Thank you very much. Viewers, ਆਪਾਂ ਤੁਹਾਨੂੰ ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ।